ਅੰਦੋਲਨ ਜੋ ਹੈ ਉਹ ਲਗਾਤਾਰ ਚੱਲ ਰਿਹਾ ਹੈ ਨਾ ਜੀ ਤੇ ਇਸ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਦੇ ਉੱਪਰ ਇਫੈਕਟ ਕੀ ਪਏਗਾ ਕਿਉਂਕਿ ਲਗਾਤਾਰ ਧਰਨੇ ਪ੍ਰਦਰਸ਼ਨ ਵੀ ਕਰ ਲਏ ਤੇ ਹੁਣ ਕਿਸਾਨ ਸੰਸਦ ਵੀ ਲਗਾਈ ਜਾ ਰਹੀ ਹੈ। ਸੰਘਰਸ਼ ਹੈ ਬਿਲਕੁਲ ਮਤਲਬ ਪੀਕ ਦੇ ਉੱਤੇ ਆ ਤੇ ਸਾਨੂੰ ਜਿਵੇਂ ਕਹਦੀ ਗੱਲ ਵੀ ਇਹ ਜਿਹੜਾ ਪ੍ਰਭਾਵ ਪਿਆ ਵਾ ਹੁਣ ਵੀ ਉੱਥੇ ਸਾਡੇ ਜਿਹੜੇ ਬਜ਼ੁਰਗ ਨੇ ਰੋਜ਼ ਉੱਥੇ ਤੁਸੀਂ ਦੇਖੋ ਇੱਕ ਬਹੁਤ ਹੀ ਜਿਵੇਂ ਕਹਦੀ ਇੱਕ ਜਾਬਤੇ ਦੇ ਵਿੱਚ ਰਹਿ ਕੇ ਬੜਾ ਸੂਝਵਾਨ ਤਰੀਕੇ ਦੇ ਨਾਲ ਹਰੇਕ ਜਿਹੜਾ ਅਲੱਗ-ਅਲੱਗ ਆਰਡੀਨੈਂਸ ਹੈ ਬਿੱਲ ਹੈ ਉਹਦੇ ਤੇ ਡਿਸਕਸ ਹੁੰਦੀ ਆ। ਮਤਲਬ ਇਹ ਤਾਂ ਹੈਰਾਨ ਨੇ ਜਿਹੜਾ ਨੈਸ਼ਨਲ ਮੀਡੀਆ ANI ਜਾਂ ਇੰਟੈਲੀਜੈਂਸ ਜਾਂ ਹੋਰ ਕਿੰਨੇ ਵੀ ਉੱਥੇ ਮਤਲਬ ਨਿਊਜ਼ ਚੈਨਲ ਉਹਨੂੰ ਕਵਰ ਕਰ ਰਹੇ ਉਹ ਇੱਕ ਹੈਰਾਨੀਜਨਕ ਉੱਥੇ ਉਹਨਾਂ ਨੇ ਕਿਹਾ ਵੀ ਕਿਸਾਨਾਂ 'ਚ ਇੰਨੀ ਅਵੇਅਰਨੈਸ ਸਿਆਸੀ ਬਿਆਨ ਕਰਕੇ ਗੁਰਨਾਮ ਸਿੰਘ ਚੜੂੰਨੀ ਨੂੰ ਸਸਪੈਂਡ ਕੀਤਾ ਗਿਆ ਸੀ 7 ਦਿਨਾਂ ਲਈ ਤੇ ਰੁਲਦੂ ਸਿੰਘ ਮਾਨਸਾ ਨੂੰ ਇੱਕ ਵਿਵਾਦਿਤ ਟਿੱਪਣੀ ਦੇ ਕਾਰਨ ਜੋ ਹੈ ਅਜਿਹਾ ਐਕਸ਼ਨ ਲਿਆ ਗਿਆ। ਤੁਹਾਨੂੰ ਕੀ ਲੱਗਦਾ ਅਜਿਹਾ ਕੁਝ ਹੋਣਾ ਚਾਹੀਦਾ ਹੈ? ਮੈਂ ਬਾਈ ਜੀ ਸਾਰੇ ਪੂਰੇ ਵੀ ਜਿੰਨੇ ਸਾਡੇ ਪੂਰੇ ਭਾਰਤ ਦੇ ਨਿਵਾਸੀਆਂ ਨੂੰ ਕਹਿਣਾ ਚਾਹੁੰਦਾ ਇਹ ਅੰਦੋਲਨ ਸਾਰਿਆਂ ਦਾ ਸਾਂਝਾ ਵਾ ਕਿਸੇ ਦਾ ਨਿੱਜੀ ਬਾਈ ਜੀ ਅੰਦੋਲਨ ਇਹ ਨਹੀਂ ਹੈ। ਬਿਲਕੁਲ ਸਾਡੀਆਂ ਸਤਿਕਾਰਤ ਜਥੇਬੰਦੀਆਂ ਨੇ ਪਹਿਲੇ ਦਿਨ ਤੋਂ ਕਰਿਆ। ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨਾਂ ਨੂੰ ਵੀ ਇਸ ਵਾਰ 2022 ਦੇ ਵਿੱਚ ਉਤਰਨਾ ਚਾਹੀਦਾ ਮੈਦਾਨ 'ਚ ਵਿਧਾਨ ਸਭਾ ਚੋਣਾਂ? ਬਾਈ ਜੀ ਮੈਂ ਬਿਲਕੁਲ ਇਹੀ ਦੱਸਣਾ ਚਾਹੁੰਦਾ ਕਿਉਂਕਿ ਇਸ ਟਾਈਮ ਜਿਹੜੀ ਅੱਜ ਦੀ ਪੋਜੀਸ਼ਨ ਹੈ ਬਿਲਕੁਲ ਉਤਰਨਾ ਚਾਹੀਦਾ। ਜੇ ਦੇਖਿਆ ਜਾਵੇ ਕਿੰਨਾ ਅਸੀਂ ਪੈਸਾ ਮਤਲਬ ਉੱਥੇ ਖਰਚ ਕਰ ਚੁੱਕੇ ਹਾਂ, ਕਿੰਨੀਆਂ ਅਸੀਂ ਜਾਨਾਂ ਗਵਾ ਚੁੱਕੇ ਹਾਂ। ਗਾਹ ਪਾਉਣ ਦੇ ਨਾਲ ਇਸ ਤਰੀਕੇ ਦੇ ਨਾਲ ਸੰਸਦ 'ਚ ਤੁਹਾਨੂੰ ਲੱਗਦਾ ਕਿ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇਗਾ? ਬੈਠ ਕੇ ਨਹੀਂ ਗੱਲ ਕਰਨੀ ਚਾਹੀਦੀ, ਬੈਠ ਕੇ ਨਹੀਂ ਵਿਰੋਧ ਕਰਨਾ? ਬਾਈ ਜੀ ਇਹ ਸੰਸਦ ਦਾ ਪਹਿਲਾਂ ਵੀ ਆਵਾਜ਼ ਚੁੱਕੀ ਜੇ ਇਹ ਜ਼ਰੂਰੀ ਹੁਣ ਨਹੀਂ ਹੈ ਵੀ ਜਿਹੜਾ ਇੰਨਾ ਰੌਲਾ ਪੈ ਰਿਹਾ ਜਦੋਂ ਪਹਿਲਾਂ ਕਿਹੜਾ ਨਹੀਂ ਪੈਂਦਾ ਸੀਗਾ। ਸਤਿ ਸ਼੍ਰੀ ਅਕਾਲ ਜੀ, ਨਿਰਪੱਖ ਪੋਸਟ ਵੇਖ ਰਹੇ ਹੋ ਤੁਸੀਂ। ਤਾਂ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਡਟੇ ਹੋਏ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਕਿਹਾ ਜਾ ਸਕਦਾ ਹੈ ਕਿ ਸ਼ੁਰੂ ਹੋਏ ਕਰੀਬ 1 ਸਾਲ ਹੋ ਗਏ ਤੇ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ ਕਿਹਾ ਜਾ ਸਕਦਾ ਹੈ ਕਿ 8 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ। ਹਾਲਾਂਕਿ ਸੰਸਦ ਵੀ ਨਾਲ ਦੀ ਨਾਲ ਜਾਰੀ ਹੈ ਪਰੰਤੂ ਇਸ ਵਾਰ ਕਿਸਾਨ ਆਗੂਆਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕਿਸਾਨ ਸੰਸਦ ਲਗਾਉਣ ਦਾ ਐਲਾਨ ਕੀਤਾ ਗਿਆ ਤਾਂ ਉਸ ਨੂੰ ਜੇਕਰ ਦੇਖਿਆ ਜਾਵੇ ਤਾਂ ਲਗਾਤਾਰ ਕਿਸਾਨ ਸੰਸਦ ਜੋ ਹੈ ਉਹ ਜੰਤਰ ਮੰਤਰ ਤੇ ਲਗਾਈ ਜਾ ਰਹੀ ਹੈ। ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪਾਰਲੀਮੈਂਟ ਦੇ ਬਾਹਰ ਜੋ ਹੈ ਇਹ ਸੰਸਦ ਕਿਸਾਨਾਂ ਵੱਲੋਂ ਲਗਾਈ ਜਾਵੇਗੀ ਪਰੰਤੂ ਪਰਮਿਸ਼ਨ ਨਾ ਮਿਲਣ ਕਾਰਨ ਜੋ ਹੈ ਉਹਨਾਂ ਨੂੰ ਜੰਤਰ ਮੰਤਰ ਤੇ 200 ਲੋਕਾਂ ਦੇ ਜੋ 200 ਕਿਸਾਨਾਂ ਦੇ ਜੱਥੇ ਸੀਗੇ ਉਹਨਾਂ ਨੂੰ ਉੱਥੇ ਇਜਾਜ਼ਤ ਦਿੱਤੀ ਗਈ ਹੈ ਤਾਂ ਜੰਤਰ ਮੰਤਰ ਤੇ ਕਿਸਾਨ ਸੰਸਦ ਜੋ ਹੈ ਉਹ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਕਿਸਾਨੀ ਅੰਦੋਲਨ ਜੋ ਹੈ ਉਹ ਦਿੱਲੀ ਦੀਆਂ ਬਰੂਹਾਂ ਤੇ ਲਗਾਤਾਰ ਚੱਲਦਾ ਨਜ਼ਰ ਆ ਰਿਹਾ ਤੇ ਹੁਣ ਜੇਕਰ ਸਮੇਂ ਦੀ ਗੱਲ ਕੀਤੀ ਜਾਵੇ ਤਾਂ 8.5 ਮਹੀਨੇ ਦੇ ਕਰੀਬ ਜੋ ਹੈ ਉਹ ਸਮਾਂ ਹੋਣ ਵਾਲਾ ਹੈ ਤੇ ਇਸ ਦੌਰਾਨ ਜੇਕਰ ਗੱਲ ਕੀਤੀ ਜਾਵੇ ਕਿਸਾਨੀ ਸੰਸਦ ਦੀ ਉਸ ਦਾ ਕੇਂਦਰ ਸਰਕਾਰ ਤੇ ਕੀ ਪ੍ਰਭਾਵ ਪਏਗਾ ਉਸ ਦੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਹੋਣਗੇ ਨੌਜਵਾਨ ਕਿਸਾਨ ਆਗੂ ਕਿਹਾ ਜਾ ਸਕਦਾ ਕਿਸਾਨ ਆਗੂ ਜੋ ਨੇ ਤੇ ਹੁਣ ਜੋ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੁਖਦੀਪ ਜੀ ਨਾਲ ਕਿ ਉਹਨਾਂ ਨੂੰ ਪੁੱਛਦੇ ਹਾਂ ਕਿ ਆਖਰ ਜੋ ਕਿਸਾਨ ਸੰਸਦ ਲਗਾਈ ਗਈ ਹੈ ਇਸ ਦਾ ਕੀ ਇਫੈਕਟ ਪਏਗਾ ਕੇਂਦਰ ਸਰਕਾਰ ਤੇ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸੁਖਦੀਪ ਜੀ। ਧੰਨਵਾਦ ਜੀ ਨਿਰਪੱਖ ਪੋਸਟ ਦੀ ਸਾਰੀ ਟੀਮ ਦਾ ਧੰਨਵਾਦ ਜੀ। ਸਰ ਜੇਕਰ ਗੱਲ ਕੀਤੀ ਜਾਵੇ ਕਿਸਾਨ ਸੰਸਦ ਦੀ ਤੁਸੀਂ ਦੇਖ ਰਹੇ ਹੋ ਕਰੀਬ ਅੱਜ 5ਵੇਂ ਤੋਂ 6ਵਾਂ ਦਿਨ ਹੈ ਕਿਸਾਨ ਸੰਸਦ ਦਾ ਲਗਾਤਾਰ ਚੱਲ ਰਹੀ। ਹਾਲਾਂਕਿ ਅੱਜ ਤਸਵੀਰਾਂ ਬੇहद ਹੈਰਾਨ ਕਰਨ ਵਾਲੀਆਂ ਸੀ ਕਿਉਂਕਿ ਮੀਂਹ ਪੈ ਰਿਹਾ ਸੀਗਾ। ਮੀਂਹ ਦੇ ਵਿੱਚ ਵੀ ਜੋ ਹੈ ਕਿਸਾਨ ਸੰਸਦ ਲਗਾਈ ਗਈ ਹੈ ਜੰਤਰ ਮੰਤਰ ਤੇ। ਤਾਂ ਤੁਹਾਨੂੰ ਕੀ ਲੱਗਦਾ ਕਿ ਕੇਂਦਰ ਸਰਕਾਰ ਤੇ ਇਸ ਦਾ ਕੀ ਪ੍ਰਭਾਵ ਪਏਗਾ? ਪਹਿਲਾਂ ਤਾਂ ਬਾਈ ਜੀ ਮੈਂ ਇਹ ਦੱਸ ਦਿਆਂ ਕਿਉਂਕਿ ਤੁਸੀਂ ਮੀਂਹ ਦੀ ਗੱਲ ਕੀਤੀ ਹੈ। ਪਹਿਲਾਂ ਸਾਡੀ ਬੇਹੱਦ ਸਰਦੀ ਸੀ ਜਦੋਂ ਅਸੀਂ ਇੱਥੋਂ ਗਏ ਹਾਂ, ਉਦੋਂ ਬਾਅਦ 'ਚ ਗਰਮੀ ਆ ਗਈ। ਹੁਣ ਤੂਫਾਨ ਤੁਹਾਨੂੰ ਪਤਾ ਵੀ ਉੱਥੇ ਮੀਂਹ ਦੇ ਵਿੱਚ ਬੈਠੇ ਨੇ, ਹਨੇਰੀ ਦੀਆਂ ਹਵਾਵਾਂ ਨੇ ਤੇ ਜਿਵੇਂ ਕਹਦੀ ਪਾਣੀ ਦੇ ਵਿੱਚ ਬੈਠੇ ਨੇ। ਇਹ ਕੋਈ ਨਵਾਂ ਨਹੀਂ ਹੈ। ਪੰਜਾਬ ਸ਼ੁਰੂ ਤੋਂ ਹੀ ਧਾੜਵੀ ਤੇ ਜਿਹੜੀਆਂ ਮਤਲਬ ਇਹੋ ਜਿਹੀਆਂ ਵਿਰੋਧੀ ਤਾਕਤਾਂ ਹੁੰਦੀਆਂ ਨੇ ਉਹਨਾਂ ਨੂੰ ਇਹੋ ਜਿਹਾ ਨਜਿੱਠਣ ਲਈ ਬਿਲਕੁਲ ਅਸੀਂ ਤਾਕਤਵਰ ਹਾਂ। ਮਤਲਬ ਇਹ ਸਾਡਾ ਕੋਈ ਜਿਹੜਾ ਦ੍ਰਿੜ ਇਰਾਦਾ ਵਾ ਸਾਡਾ ਇਹ ਬਿਲਕੁਲ ਹਿਲਾ ਨਹੀਂ ਸਕਦੇ। ਇਹ ਸਾਨੂੰ ਕੋਈ ਮੌਸਮ ਨੇ ਇਹ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿਉਂਕਿ ਦੂਜੀ ਗੱਲ ਹੁਣ ਸੰਸਦ ਦੀ ਗੱਲ ਹੈ। ਸਾਡੀਆਂ ਮਾਵਾਂ ਭੈਣਾਂ ਤੇ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਹਲੇ ਵੀ ਉਹ ਬਰੂਹਾਂ ਦੇ ਉੱਤੇ ਬੈਠੇ ਨੇ ਤੇ ਇਹ ਜਦੋਂ ਤੱਕ ਮੈਂ ਇੱਥੇ ਤੁਹਾਨੂੰ ਇੰਟਰਵਿਊ ਸਟਾਰਟ ਦੇ ਵਿੱਚ ਦੱਸਦਾ ਵੀ ਜਦੋਂ ਤੱਕ ਅੰਦੋਲਨ ਸਾਡਾ ਇਹ ਉਦੋਂ ਹੀ ਅਸੀਂ ਹਲੇ ਹੋਰ ਵੀ ਪ੍ਰੋਗਰਾਮ ਨੇ ਬਿਲਕੁਲ ਚਾਹੇ ਸੰਸਦ ਦਾ ਪ੍ਰੋਗਰਾਮ ਚੱਲ ਰਿਹਾ ਮਤਲਬ ਇੰਨਾ ਕੁ ਉਤਸ਼ਾਹ ਵਾ ਲੋਕਾਂ ਦੇ ਵਿੱਚ। ਹੁਣ ਸੰਸਦ ਦਾ ਅਸੀਂ ਕਈ ਵਾਰ ਕਹਿੰਦੇ ਵੀ ਨੌਜਵਾਨ ਹੁਣ ਨੌਜਵਾਨ ਸਾਡੇ ਬੈਠੇ ਨੇ ਪਰ ਉੱਥੇ ਇਹ ਪ੍ਰੋਬਲਮ ਆ ਜਿਹੜੀ ਜਥੇਬੰਦੀਆਂ ਨੇ ਕਿਹਾ ਸੀ ਵੀ ਸਾਡਾ ਜਿਹੜਾ 200 ਬੰਦੇ ਦਾ ਵਾ 5-5 ਬੰਦੇ ਹਰੇਕ ਜਥੇਬੰਦੀ ਵੱਲੇ ਉਹ ਜਾਣੇ ਨੇ ਉਹ 5-5 ਬੰਦੇ ਬਿਲਕੁਲ ਮੈਂ ਕਹਿੰਦਾ ਇੰਨੀਆਂ ਲਿਸਟਾਂ ਬਣੀਆਂ ਪਈਆਂ ਨੇ ਤਾਂ ਨੌਜਵਾਨ ਸਾਡੇ ਬਜ਼ੁਰਗ ਸਾਡੇ ਉਹ ਕਹਿੰਦੇ ਵੀ ਅਸੀਂ ਸੰਸਦ ਤੇ ਜਿਹੜਾ ਹੈ ਵੀ ਉਹ ਜਾਣ ਨੂੰ ਤਿਆਰ ਆ। ਤੇ ਹੁਣ ਦੇਖੋ ਕਿੰਨੀ ਤਾਦਾਦ ਦੇ ਵਿੱਚ ਇੱਕ ਪੂਰੇ ਵਰਲਡ ਦੇ ਵਿੱਚ ਇਹ ਜਿਹੜਾ ਇਹ ਮੈਸੇਜ ਗਿਆ ਵਾ। ਅੰਦੋਲਨ ਜੋ ਹੈ ਉਹ ਲਗਾਤਾਰ ਚੱਲ ਰਿਹਾ ਹੈ ਨਾ ਜੀ ਤੇ ਇਸ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਦੇ ਉੱਪਰ ਇਫੈਕਟ ਕੀ ਪਏਗਾ ਕਿਉਂਕਿ ਲਗਾਤਾਰ ਧਰਨੇ ਪ੍ਰਦਰਸ਼ਨ ਵੀ ਕਰ ਲਏ ਤੇ ਹੁਣ ਕਿਸਾਨ ਸੰਸਦ ਵੀ ਲਗਾਈ ਜਾ ਰਹੀ ਹੈ। ਇਸ ਦਾ ਕੇਂਦਰ ਸਰਕਾਰ ਤੇ ਕੀ ਪ੍ਰਭਾਵ ਪਏਗਾ? ਬਾਈ ਜੀ ਪ੍ਰਭਾਵ ਆ ਜੀ ਤੁਸੀਂ ਇੱਕ ਦੇਖੀ ਹੋਣੀ ਜਿਹੜੇ ਆਪਣੇ ਉੱਤਰਾਖੰਡ ਜਾਂ ਹੋਰ ਜਿਹੜੇ ਉਧਰੋਂ ਸਾਡੇ ਸੀਗੇ ਲੋਕ ਸਭਾ ਦੇ ਮੈਂਬਰ ਸੀਗੇ ਉਹ ਮੈਂਬਰ ਆ ਕੇ ਉੱਥੇ 20 ਮੈਂਬਰਾਂ ਨੇ ਉਹ ਸ਼ਮੂਲੀਅਤ ਕੀਤੀ ਹੈ ਕਿਸਾਨ ਕਿਉਂਕਿ ਇਹ ਜਿਹੜਾ ਸੰਘਰਸ਼ ਹੈ ਬਿਲਕੁਲ ਮਤਲਬ ਪੀਕ ਦੇ ਉੱਤੇ ਆ ਤੇ ਸਾਨੂੰ ਜਿਵੇਂ ਕਹਦੀ ਗੱਲ ਵੀ ਇਹ ਜਿਹੜਾ ਪ੍ਰਭਾਵ ਪਿਆ ਵਾ ਹੁਣ ਵੀ ਉੱਥੇ ਸਾਡੇ ਜਿਹੜੇ ਬਜ਼ੁਰਗ ਨੇ ਰੋਜ਼ ਉੱਥੇ ਤੁਸੀਂ ਦੇਖੋ ਇੱਕ ਬਹੁਤ ਹੀ ਜਿਵੇਂ ਕਹਦੀ ਇੱਕ ਜਾਬਤੇ ਦੇ ਵਿੱਚ ਰਹਿ ਕੇ ਬੜਾ ਸੂਝਵਾਨ ਤਰੀਕੇ ਦੇ ਨਾਲ ਜਿਸ ਤਰ੍ਹਾਂ ਉਹ ਸੰਸਦ ਹੈ
ਇਸੇ ਤਰ੍ਹਾਂ ਹੀ ਕਿਸਾਨਾਂ ਦੀ ਮਤਲਬ ਸੰਸਦ ਲੱਗੀ ਹੋਈ ਆ, ਬਿਲਕੁਲ 200 ਬੰਦਾ ਉੱਥੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੁਐਸਚਨ ਪੁੱਟ ਹੁੰਦੇ ਨੇ ਤੇ ਸਵਾਲ ਰੱਖੇ ਜਾਂਦੇ ਨੇ, ਉਹਨਾਂ ਦੇ ਜਵਾਬ ਦਿੱਤੇ ਜਾਂਦੇ ਨੇ, ਬਿਲਕੁਲ ਹਰੇਕ ਜਿਹੜਾ ਅਲੱਗ-ਅਲੱਗ ਆਰਡੀਨੈਂਸ ਹੈ, ਬਿੱਲ ਹੈ, ਉਹਦੇ ਤੇ ਡਿਸਕਸ ਹੁੰਦੀ ਆ। ਮਤਲਬ ਇਹ ਤਾਂ ਹੈਰਾਨ ਨੇ ਜਿਹੜਾ ਨੈਸ਼ਨਲ ਮੀਡੀਆ ANI ਜਾਂ ਇੰਟੈਲੀਜੈਂਸ ਜਾਂ ਹੋਰ ਕਿੰਨੇ ਵੀ ਉੱਥੇ ਮਤਲਬ ਨਿਊਜ਼ ਚੈਨਲ ਉਹਨੂੰ ਕਵਰ ਕਰ ਰਹੇ, ਉਹ ਇੱਕ ਹੈਰਾਨੀਜਨਕ ਉੱਥੇ ਉਹਨਾਂ ਨੇ ਕਿਹਾ ਵੀ ਕਿਸਾਨਾਂ 'ਚ ਇੰਨੀ ਅਵੇਅਰਨੈਸ, ਕਿਉਂਕਿ ਇਹ ਅਵੇਅਰਨੈਸ ਪੰਜਾਬ ਬਿਲਕੁਲ ਪੜ੍ਹਿਆ ਲਿਖਿਆ ਸੂਬਾ ਮੰਨਿਆ ਗਿਆ। ਪੰਜਾਬ ਦੇ ਵਿੱਚ ਜਿਹੜੀ ਸਾਡੀ ਨੌਜਵਾਨੀ ਆ ਉਹ ਬਿਲਕੁਲ ਪੜ੍ਹੀ ਲਿਖੀ ਹੈ ਤੇ ਉਹਨਾਂ ਨੂੰ ਬਿਲਕੁਲ ਸਮਝ ਆ ਗਈ, ਕਿਉਂਕਿ ਕਾਨੂੰਨ ਅੱਗੇ ਸਾਡੇ ਨਾਲ ਮਤਲਬ ਇੱਕ ਮਜ਼ਾਕੀਆ ਲਹਿਜੇ ਦੇ ਨਾਲ ਇਹ ਟੀਚਰਾਂ ਸਾਨੂੰ ਕਰਦੇ ਸੀ ਵੀ ਇਹਨਾਂ ਨੂੰ ਕਾਨੂੰਨਾਂ ਬਾਰੇ ਜਾਣਕਾਰੀ ਨਹੀਂ ਹੈ, ਤੇ ਉਹ ਜਿਹੜੀ ਜਾਣਕਾਰੀ ਹੈ ਬਿਲਕੁਲ ਬਰੀਕੀ ਦੇ ਨਾਲ ਹੁਣ ਉੱਥੇ ਡਿਸਕਸ ਹੋ ਰਹੀ ਆ। ਤੇ ਇੱਕ ਹੈਰਾਨੀਜਨਕ ਇਹਨਾਂ ਨੂੰ ਪਤਾ ਨਹੀਂ, ਕਹਿੰਦੇ ਵੀ ਇਹ ਜੋ ਉਹਨਾਂ ਦੇ ਮੰਤਰੀ ਸਾਹਿਬਾਨ ਨੂੰ ਨਹੀਂ ਪਤਾ, ਉਹ ਆਪਣੇ ਕਿਸਾਨ ਜਿਹੜੇ ਉੱਥੇ ਜਾ ਕੇ ਸੰਸਦ ਲਾਉਂਦੇ ਨੇ, ਉਹਨਾਂ ਨੇ ਬਿਲਕੁਲ ਐਨ ਸਾਰਾ ਖੁੱਲਾ ਆਵਾਮ ਮਤਲਬ ਇਹਨਾਂ ਤੇ ਬਿਲਕੁਲ ਇੰਨੀ ਬਰੀਕੀ ਦੇ ਨਾਲ ਉਹ ਹੈਰਾਨ ਹੋ ਰਿਹਾ ਮੀਡੀਆ ਬਈ ਇੰਨੀ ਸੂਝਵਾਨ ਇੰਨੇ ਤਰੀਕੇ ਦੇ ਨਾਲ ਜਿਹੜੀ ਸੰਸਦ ਆ ਕਿਸਾਨਾਂ ਦੀ ਬਹੁਤ ਭਰਮਾ ਮਗਰ ਪੂਰੇ ਵਰਲਡ ਦੇ ਵਿੱਚ ਜਿਹੜੀ ਇਹ ਸੰਸਦ ਦੀ ਆਵਾਜ਼ ਆ ਉਹ ਪੂਰੇ ਵਰਲਡ ਦੇ ਵਿੱਚ ਆਵਾਜ਼ ਗਈ ਹੈ ਜੀ। ਜੇਕਰ ਆਪਾਂ ਗੱਲ ਕੀਤੀ ਜਾਵੇ ਰੁਲਦੂ ਸਿੰਘ ਮਾਨਸਾ ਦੀ ਗੱਲ ਕਰ ਲਈ, ਉਹਨਾਂ ਨੂੰ 15 ਦਿਨਾਂ ਦੇ ਲਈ ਜੋ ਹੈ ਉਹ ਸਸਪੈਂਡ ਕਰ ਦਿੱਤਾ ਗਿਆ। ਜਿਵੇਂ ਤੁਸੀਂ ਵੀ ਦੇਖਿਆ ਹੋਣਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਹੈ ਐਲਾਨ ਕੀਤਾ ਗਿਆ, 32 ਜਥੇਬੰਦੀਆਂ ਨੇ ਕਿਹਾ। ਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਗੁਰਨਾਮ ਸਿੰਘ ਚੜੂਨੀ ਨੂੰ ਵੀ ਜੋ 7 ਦਿਨਾਂ ਦੇ ਲਈ ਸਸਪੈਂਡ ਕੀਤਾ ਗਿਆ ਸੀ। ਹਾਲਾਂਕਿ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਆਪਸ 'ਚ ਕਿਸਾਨ ਲੀਡਰ ਲੜਦੇ ਨਜ਼ਰ ਆ ਰਹੇ ਨੇ? ਹਾਲਾਂਕਿ ਉਹਨਾਂ ਨੂੰ ਸਿਆਸੀ ਬਿਆਨ ਕਰਕੇ ਗੁਰਨਾਮ ਸਿੰਘ ਚੜੂਨੀ ਨੂੰ ਸਸਪੈਂਡ ਕੀਤਾ ਗਿਆ ਸੀ 7 ਦਿਨਾਂ ਲਈ, ਤੇ ਰੁਲਦੂ ਸਿੰਘ ਮਾਨਸਾ ਨੂੰ ਇੱਕ ਵਿਵਾਦਿਤ ਟਿੱਪਣੀ ਦੇ ਕਾਰਨ ਜੋ ਹੈ ਅਜਿਹਾ ਐਕਸ਼ਨ ਲਿਆ ਗਿਆ। ਤੁਹਾਨੂੰ ਕੀ ਲੱਗਦਾ ਅਜਿਹਾ ਕੁਝ ਹੋਣਾ ਚਾਹੀਦਾ ਹੈ ਇਸ ਸਮੇਂ? ਮੈਂ ਬਾਈ ਜੀ ਸਾਰੇ ਪੂਰੇ ਵੀ ਜਿੰਨੇ ਸਾਡੇ ਪੂਰੇ ਭਾਰਤ ਦੇ ਨਿਵਾਸੀਆਂ ਨੂੰ ਕਹਿਣਾ ਚਾਹੁੰਦਾ, ਇਹ ਅੰਦੋਲਨ ਸਾਰਿਆਂ ਦਾ ਸਾਂਝਾ ਵਾ, ਕਿਸੇ ਦਾ ਨਿੱਜੀ ਬਾਈ ਜੀ ਅੰਦੋਲਨ ਇਹ ਨਹੀਂ ਹੈ। ਬਿਲਕੁਲ ਸਾਡੀਆਂ ਸਤਿਕਾਰਤ ਜਥੇਬੰਦੀਆਂ ਨੇ, ਪਹਿਲੇ ਦਿਨ ਤੋਂ ਕਹਿ ਰਹੇ ਹਾਂ ਸਾਡੀਆਂ ਸਤਿਕਾਰਤ ਜਥੇਬੰਦੀਆਂ ਨੇ, ਇਹ ਬਿਲਕੁਲ ਉਹਨਾਂ ਦਾ ਬਹੁਤ ਸਾਡੇ ਮਨਾਂ ਦੇ ਵਿੱਚ ਸਤਿਕਾਰ ਆ, ਕਿਉਂਕਿ ਉਹਨਾਂ ਦਾ ਤਜਰਬਾ ਲਾ ਲਓ ਜਾਂ ਉਹ ਸਾਡੇ ਆਗੂ ਅਸੀਂ ਮੂਹਰੇ ਲਾਏ ਹੋਏ ਨੇ। ਤੇ ਜੇ ਕਹੀਏ ਅਸੀਂ ਵੀ ਕਿਸੇ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ, ਕਿਸੇ ਨੇ ਕੋਈ ਸਹਿਯੋਗ ਨਹੀਂ ਦਿੱਤਾ, ਇਹ ਬਿਲਕੁਲ ਕਤਾਹੀ ਹੋਊਗੀ ਅਸੀਂ ਕਹਿਣ ਦੇ ਵਿੱਚ। ਜੋ ਵੀ ਵਿਅਕਤੀ ਬਾਈ ਜੀ, ਕਿਉਂਕਿ ਹਰੇਕ ਵਰਗ ਚਾਹੇ ਸਾਡਾ ਮਜ਼ਦੂਰ ਵਰਗ, ਆੜਤੀਆ ਵਰਗ, ਸਾਡੇ ਜਿੰਨੇ ਵੀ ਮਤਲਬ ਹੁਣ ਤਾਂ ਤੁਸੀਂ ਦੇਖ ਲਓ ਹਰੇਕ ਵਰਗ ਪੂਰੇ ਭਾਰਤ ਦੇ ਵਿੱਚੋਂ ਹਰੇਕ ਵਰਗ ਨੇ ਉੱਥੇ ਸ਼ਮੂਲੀਅਤ ਕੀਤੀ ਆ। ਉਹਨਾਂ ਦਾ ਜੇ ਅਸੀਂ ਉਹਨਾਂ ਦੀ ਕੋਈ ਵੀ ਸ਼ਮੂਲੀਅਤ ਆ ਉਹ ਸਾਡੇ ਲਈ ਆਏ ਨੇ। ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਆਉਣ ਵਾਲਾ ਸਾਡਾ ਸਮਾਂ ਬਿਲਕੁਲ ਧੁੰਦਲਾ ਵਾ ਸਾਡਾ ਸਮਾਂ, ਉਹਦੇ ਲਈ ਸਾਡੇ ਲਈ ਉਹ ਆਏ ਨੇ। ਜੇ ਅਸੀਂ ਉਹਨਾਂ ਨੂੰ ਅੱਜ ਸਤਿਕਾਰ ਨਹੀਂ ਦਿੰਦੇ, ਸਾਡਾ ਉਹਨਾਂ ਦਾ ਮੈਂ ਕਹਿੰਦਾ ਕੱਲੇ ਜਿਹੜਾ ਵਿਅਕਤੀ ਉੱਥੇ ਗਿਆ ਵਾ ਉਹਦਾ ਕੰਟਰੀਬਿਊਸ਼ਨ ਆ ਤੇ ਉਹਦਾ ਅਸੀਂ ਸਤਿਕਾਰ ਕਰਦੇ ਹਾਂ। ਜਥੇਬੰਦੀਆਂ ਨੂੰ ਬਾਈ ਜੀ ਬੇਨਤੀ ਇਹ ਕਰਾਂਗੇ ਵੀ ਕਈ ਵਾਰ ਸਾਡੀ ਭਾਵਨਾਵਾਂ ਨੇ, ਹਰੇਕ ਧਰਮ ਦਾ ਸਤਿਕਾਰ। ਵੈਸੇ ਸਟੇਜ ਜਿਹੜੀ ਹੈ ਮਤਲਬ ਸੰਯੁਕਤ ਮੋਰਚੇ ਦੀ ਸਟੇਜ ਬਹੁਤ ਸੋਹਣੀ ਚੱਲ ਰਹੀ ਹੈ। ਉਹਨਾਂ ਨੇ ਇਹ ਜੀ ਨੂੰ ਇਹੀ ਮਤਲਬ ਇੱਕ ਮੈਸੇਜ ਹੁੰਦਾ, ਸਸਪੈਂਡ ਕਰਨ ਦਾ ਮਤਲਬ ਹੁੰਦਾ ਵੀ ਉਹਨਾਂ ਨੂੰ ਜਿਹੜੀ ਉਹ ਕੁਝ ਕਈ ਵਾਰ ਸ਼ਬਦਾਵਲੀ ਆਪਣੇ ਤੋਂ ਕਈ ਵਾਰ ਗਲਤ ਨਿਕਲ ਜਾਂਦੀ ਆ, ਉਹਨੂੰ ਸੋਧ ਕਰ ਲੈਣ ਉਹ, ਮਤਲਬ ਉਹਦੇ ਲਈ ਇਹ ਸਸਪੈਂਡ ਆ। ਪਰ ਸਾਨੂੰ ਸਤਿਕਾਰ ਵੀ ਕਰਨਾ ਪਊਗਾ ਹਰੇਕ ਧਰਮ ਦਾ, ਤੇ ਸਾਨੂੰ ਹਰੇਕ ਜਥੇਬੰਦੀ ਦਾ ਸਤਿਕਾਰ ਕਰਨਾ ਪਊਗਾ, ਚਾਹੇ ਉਹ 32 ਜਥੇਬੰਦੀਆਂ ਜਾਂ 250 ਜਥੇਬੰਦੀਆਂ ਜਿਵੇਂ ਪੂਰੇ ਭਾਰਤ ਦੀਆਂ ਨੇ ਉਹ ਵਿੱਚ ਨਹੀਂ ਹੈ, ਹੋਰ ਵੀ ਜਥੇਬੰਦੀਆਂ ਨੇ, ਚਾਹੇ ਅਧਿਆਪਕਾਂ ਦੀਆਂ ਲਾ ਲਓ ਤਾਂ ਆੜਤੀਆਂ ਜਾਂ ਜਿੰਨੇ ਵੀ ਵਰਗ ਨੇ, ਚਾਹੇ ਮਜ਼ਦੂਰ ਵਰਗ, ਹਰੇਕ ਦੀ ਜਥੇਬੰਦੀ ਆ ਸਤਿਕਾਰ, ਕਿਉਂਕਿ ਉਹਨਾਂ ਦਾ ਆਪਣਾ ਹੋਲਡ ਆ, ਉਹਨਾਂ ਨੇ ਸੰਘਰਸ਼ ਕੀਤੇ ਹੋਏ ਨੇ। ਇਹ ਕਿਸਾਨ ਜਥੇਬੰਦੀਆਂ ਮੂਹਰੇ ਲਾਈਆਂ ਨੇ, ਇਸ ਕਰਕੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ, ਤਾਂ ਹੀ ਅਸੀਂ ਜਿਹੜਾ ਸੰਘਰਸ਼ ਹੈ ਇਹਨੂੰ ਬਿਲਕੁਲ ਅਸੀਂ ਪੀਕ ਤੇ ਲੈ ਕੇ ਜਾਵਾਂਗੇ। ਦੂਜੀ ਗੱਲ ਤੁਸੀਂ ਚੜੂਨੀ ਸਾਹਿਬ ਦੀ ਕੀਤੀ ਆ, ਉਹ ਹਰਿਆਣੇ ਦੇ ਲੀਡਰ ਨੇ ਤੇ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ, ਕਿਉਂਕਿ ਹਰਿਆਣੇ ਦੇ ਵਿੱਚ ਜਿਹੜਾ ਇਸ ਟਾਈਮ ਸੰਘਰਸ਼ ਆ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ। ਜਿਹੜੀ ਨੌਜਵਾਨੀ ਉਹਨਾਂ ਨੂੰ ਮਤਲਬ ਇੱਕ ਫੁੱਲਾਂ ਦੇ ਉੱਤੇ ਬਿਠਾ ਰਹੀ ਆ ਤੇ ਉਹਨਾਂ ਨੂੰ ਮਤਲਬ ਇੱਕ ਸੇਧ ਆਉਣ ਵਾਲੀ, ਉਹਨਾਂ ਨੇ ਕਿਹਾ ਸੀ ਵੀ ਰਾਜਨੀਤਿਕ ਤੌਰ ਤੇ, ਕਿਉਂਕਿ ਇਹ ਸਾਰਾ ਜਿਹੜਾ ਸਿਸਟਮ ਆ ਇਹ ਸਾਨੂੰ ਇਸ ਜਿਹੜੇ ਅਸੀਂ ਅੰਦੋਲਨ ਜਾਂ ਸਾਡੇ ਕਾਲੇ ਕਾਨੂੰਨ ਜਿਹੜੇ ਇਹ ਬਣੇ ਨੇ, ਇਹ ਸਾਰੇ ਇਹ ਹੁਣ ਦੇ ਕਾਨੂੰਨ ਨਹੀਂ ਬਣੇ, ਇਹ ਪਹਿਲਾਂ ਤੋਂ ਕਾਫੀ ਡਿਸਕਸ ਹੋ ਕੇ ਹਰੇਕ ਸਰਕਾਰ ਦਾ ਇਹ 'ਚ ਕੰਟਰੀਬਿਊਸ਼ਨ ਸੀ ਤਾਂ ਇਹ ਲਾਗੂ ਹੋਏ ਨੇ। ਇਸ ਕਰਕੇ ਸਰਕਾਰ ਦੇ ਵਿੱਚ ਉਹ ਕਹਿੰਦੇ ਨੇ ਵੀ ਸਾਨੂੰ ਜਿਹੜਾ ਮਤ ਦਾ ਆਪਦੀ ਵੋਟ ਦਾ ਅਧਿਕਾਰ ਹੈ ਉਹਦੇ ਲਈ ਸਾਨੂੰ ਸੁਚੇਤ ਹੋਣਾ ਪਊਗਾ ਤੇ ਅਸੀਂ ਉਹੀ ਮਤ ਜਿਹੜਾ ਹੈ ਸੋਚ ਸਮਝ ਕੇ ਤੇ ਸਹੀ ਲੋਕਾਂ ਨੂੰ ਦਈਏ, ਤਾਂ ਜੋ ਸਾਡਾ ਜਿਹੜਾ ਹੈ ਭਵਿੱਖ ਹੈ ਤੇ ਜਾਂ ਇਹ ਕਾਲੇ ਕਾਨੂੰਨ ਨੇ ਉਹਨਾਂ ਬਾਰੇ ਸਹੀ ਫੈਸਲੇ ਹੋ ਸਕਣ। ਤੁਹਾਨੂੰ ਲੱਗਦਾ ਨਹੀਂ ਕਿ ਗੁਰਨਾਮ ਸਿੰਘ ਚੜੂਨੀ ਨੇ ਜਿਸ ਤਰੀਕੇ ਦੇ ਨਾਲ ਸਿਆਸੀ ਬਿਆਨ ਦਿੱਤਾ ਕਿ ਉਸ ਦੇ ਉੱਤੇ ਵੀ ਪੰਜਾਬ ਦੀਆਂ ਜਥੇਬੰਦੀਆਂ ਨੂੰ ਕੰਮ ਕਰਨਾ ਚਾਹੀਦਾ, ਕਿ ਇੱਕ ਵਾਰੀ ਅਜਮਾ ਕੇ ਜ਼ਰੂਰ ਦੇਖਣਾ ਚਾਹੀਦਾ? ਕਿਉਂਕਿ ਜੇਕਰ ਕਿਹਾ ਜਾ ਰਿਹਾ ਬਦਲਾਵ ਜ਼ਰੂਰੀ ਹੈ, ਕਿਆ ਪਤਾ ਲੱਗਦਾ ਕਿ ਲੋਕ ਵੀ ਇਸ ਵਾਰ ਬਦਲਾਵ ਦੇਖਣਾ ਚਾਹੁੰਦੇ ਹੁਣ, ਸਿਆਸੀ ਪਾਰਟੀਆਂ ਨੂੰ ਛੱਡ ਕੇ ਜਿਸ ਤਰੀਕੇ ਦੇ ਨਾਲ ਕਿਸਾਨ ਜੋ ਨੇ ਉਹ ਬੈਠੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨਾਂ ਨੂੰ ਵੀ ਇਸ ਵਾਰ 2022 ਦੇ ਵਿੱਚ ਉਤਰਨਾ ਚਾਹੀਦਾ ਮੈਦਾਨ 'ਚ ਵਿਧਾਨ ਸਭਾ ਚੋਣਾਂ 'ਚ? ਬਾਈ ਜੀ ਮੈਂ ਬਿਲਕੁਲ ਇਹੀ ਦੱਸਣਾ ਚਾਹੁੰਦਾ, ਕਿਉਂਕਿ ਇਸ ਟਾਈਮ ਜਿਹੜੀ ਅੱਜ ਦੀ ਪੋਜੀਸ਼ਨ ਆ ਬਿਲਕੁਲ ਉਤਰਨਾ ਚਾਹੀਦਾ ਜੇ ਦੇਖਿਆ ਜਾਵੇ। ਇਹਦੇ ਨਾਲ ਇਹਦਾ ਦੂਜਾ ਪਾਰਟ ਮੈਂ ਇਹ ਦੱਸੂਗਾ, ਕਿਉਂਕਿ ਇਸ ਟਾਈਮ ਸਾਡਾ ਸੰਘਰਸ਼ ਜ਼ਰੂਰੀ ਹੈ, ਜਿਹੜਾ ਹੈ ਸੰਘਰਸ਼, ਕਿਉਂਕਿ ਸਾਨੂੰ ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਅਸੀਂ ਦੇਖ ਲਓ ਵੀ ਤੁਸੀਂ ਕਿੰਨੀ ਮਤਲਬ ਉੱਥੇ એનર્ਜੀ, ਕਿੰਨਾ ਅਸੀਂ ਪੈਸਾ ਮਤਲਬ ਉੱਥੇ ਖਰਚ ਕਰ ਚੁੱਕੇ ਹਾਂ, ਕਿੰਨੀਆਂ ਅਸੀਂ ਜਾਨਾਂ ਗਵਾ ਚੁੱਕੇ ਹਾਂ, ਜਿਹੜੀ 700 ਤੋਂ ਉੱਪਰ ਸ਼ਹਾਦਤਾਂ ਹੋ ਚੁੱਕੀਆਂ ਨੇ। ਤੇ ਮਤਲਬ ਉਹ ਇੰਨਾ ਕੁਛ ਅਸੀਂ ਉਹਦੇ ਤੇ ਮਤਲਬ ਇਸ ਟਾਈਮ ਅਸੀਂ ਖਰਚ ਕਰ ਚੁੱਕੇ ਹਾਂ। ਇਸ ਟਾਈਮ ਸਾਡਾ ਅੰਦੋਲਨ ਆ, ਕਿਉਂਕਿ ਇਹ ਕਈ ਵਾਰ ਇਹ ਹੋ ਜਾਂਦਾ ਵੀ ਗੱਲ ਪੋਲੀਟੀਕਲ ਲੋਕਾਂ ਦੇ ਵਿੱਚ ਜਾਂ IT ਸੈੱਲ ਦੇ ਇਹ ਇੱਕ ਨਵੀਂ ਵੇਵ ਵਿੱਚ ਦੀ ਕੱਢਣ ਨੂੰ ਫਿਰਦੇ ਹੁੰਦੇ ਨੇ ਵੀ ਇਹਨਾਂ ਦਾ ਧਿਆਨ ਥੋੜਾ ਜਿਹਾ ਹਟ ਕੇ ਦੂਜੇ ਪਾਸੇ ਹੋ ਜਾਵੇ। ਇਸ ਕਰਕੇ ਸਾਡਾ ਬਿਲਕੁਲ ਪਹਿਲਾਂ ਸਾਨੂੰ ਸੰਘਰਸ਼ ਆ, ਉਸ ਤੋਂ ਬਾਅਦ 'ਚ ਜੇ ਕੋਈ ਡਿਸੀਜਨ ਲੈਣੇ ਪੈਣਗੇ ਉਹ ਬਿਲਕੁਲ ਸਾਡੀਆਂ ਜਥੇਬੰਦੀਆਂ ਨੇ ਬਹੁਤ ਸਿਆਣੇ, ਸੂਝਵਾਨ,
ਬੁੱਧੀਜੀਵੀ ਇੰਨੇ ਲੋਕ ਬੈਠੇ ਨੇ, ਜੇ ਕੋਈ ਡਿਸੀਜਨ ਲੈਣਗੇ ਤਾਂ ਅਸੀਂ ਬਿਲਕੁਲ ਉਹਨਾਂ ਦਾ ਸਾਥ ਤੇ ਸਮਰਥਨ ਕਰਾਂਗੇ, ਕੋਈ ਗੱਲ ਜਿਵੇਂ ਲਗਾਤਾਰ ਸੰਸਦ ਚੱਲ ਰਹੀ ਹੈ, ਆਪਾਂ ਦੇਖ ਰਹੇ ਹਾਂ ਕਿ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਵੋਟਰ ਵਿਪ ਜਾਰੀ ਕੀਤਾ ਗਿਆ ਸੀ, ਜੋ ਵਿਰੋਧੀ ਪਾਰਟੀਆਂ ਦੇ ਸਾਂਸਦ ਸੀ ਉਹਨਾਂ ਨੂੰ ਕਿਹਾ ਗਿਆ ਸੀ ਤੁਸੀਂ ਜਾ ਕੇ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਆਵਾਜ਼ ਚੁੱਕਣੀ ਹੈ ਪੂਰੀ ਸੰਸਦ ਦੇ ਵਿੱਚ। ਪਰ ਜੇਕਰ ਦੇਖਿਆ ਜਾਵੇ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਸੰਸਦ ਦੇ ਦੋਹਾਂ ਸਦਨਾਂ ਦੇ ਵਿੱਚ ਕਾਰਵਾਈ ਜੋ ਹੈ ਲਗਾਤਾਰ ਸਥਗਿਤ ਹੋ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਜੇਕਰ ਕਾਰਵਾਈ ਐਵੇਂ ਸਥਗਿਤ ਹੁੰਦੀ ਰਹੇਗੀ, ਜੋ ਕਿਸਾਨਾਂ ਦੀ ਆਵਾਜ਼ ਹੈ ਉਸ ਕੇਂਦਰ ਸਰਕਾਰ ਤੱਕ ਪਹੁੰਚੇਗੀ? ਕੋਈ ਕਾਰਵਾਈ ਤਾਂ ਲਗਾਤਾਰ ਸਥਗਿਤ ਹੋ ਰਹੀ ਹੈ ਕਿ ਗਾਹ ਪਾਉਣ ਦੇ ਨਾਲ ਇਸ ਤਰੀਕੇ ਦੇ ਨਾਲ ਸੰਸਦ 'ਚ ਤੁਹਾਨੂੰ ਲੱਗਦਾ ਕਿ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇਗਾ? ਬੈਠ ਕੇ ਨਹੀਂ ਗੱਲ ਕਰਨੀ ਚਾਹੀਦੀ, ਬੈਠ ਕੇ ਨਹੀਂ ਵਿਰੋਧ ਕਰਨਾ ਚਾਹੀਦਾ? ਬਾਈ ਜੀ, ਇਹ ਸੰਸਦ ਦਾ ਪਹਿਲਾਂ ਵੀ ਆਵਾਜ਼ ਚੁੱਕੀ ਜੇ, ਇਹ ਜ਼ਰੂਰੀ ਹੁਣ ਨਹੀਂ ਹੈ ਵੀ ਜਿਹੜਾ ਇੰਨਾ ਰੌਲਾ ਪੈ ਰਿਹਾ, ਜਦੋਂ ਪਹਿਲਾਂ ਕਿਹੜਾ ਨਹੀਂ ਪੈਂਦਾ ਸੀਗਾ। ਇਹ ਪਹਿਲਾਂ ਵੀ ਇਸ ਤੇ ਡਿਸਕਸ ਹੁੰਦੀ, ਜਿਹੜੀ ਵਿਰੋਧੀ ਧਿਰ ਹੁੰਦੀ ਆ ਉਹਦਾ ਮਕਸਦ ਇਹੀ ਹੁੰਦਾ ਵੀ ਜਿਹੜੇ ਸਾਡੇ ਕੋਲ ਮੁੱਦੇ ਕਈ ਮੁੱਦੇ ਉਠਾਲੇ ਨਹੀਂ ਜਾਂਦੇ, ਕਿਉਂਕਿ ਹੁਣ ਇਹ ਬਹੁਮਤ ਦੇ ਵਿੱਚ ਨੇ, ਇਹ ਜੋ ਵੀ ਆਊਗੀ ਉਸ ਹਿਸਾਬ ਨਾਲ ਇਹ ਲਾਗੂ ਹੋ ਗਏ ਕਾਨੂੰਨ। ਪਰ ਇਹ ਗੱਲ ਹੈ ਵੀ ਉੱਥੇ ਆਵਾਜ਼ ਤਾਂ ਚੱਕਣੀ ਪਊ ਨਾ, ਚਾਹੇ ਵਿਰੋਧੀ ਧਿਰ ਹੈ ਚਾਹੇ ਕੋਈ ਜਿਹੜੇ ਆਪੋਜ਼ਿਟ ਹੈਗੇ ਨੇ ਉਹ ਆਵਾਜ਼ ਚੁੱਕਣਗੇ, ਉਹਨਾਂ ਨੂੰ ਆਵਾਜ਼ ਸੁਣਨੀ ਚਾਹੀਦੀ ਹੈ। ਮੰਨ ਲਓ ਜੇ ਕੋਈ ਆਵਾਜ਼ ਕਹਿੰਦੇ ਨੇ, ਮੰਨ ਲਓ ਹੁਣ ਕਾਨੂੰਨਾਂ ਦੀ ਗੱਲ ਹੈ, ਸਾਰਾ ਭਾਰਤ ਤਾਂ ਤਰਾਹ ਕਰ ਰਿਹਾ ਪੂਰਾ, ਤਾਂ ਜਿਵੇਂ ਕਹਿੰਦੇ ਸੜਕਾਂ ਤੇ ਬੈਠੇ ਨੇ, ਕਿਹੜੇ ਹਾਲਾਤਾਂ ਦੇ ਵਿੱਚ ਨੇ, ਮਹਿੰਗਾਈ ਲਾ ਲਓ ਤੁਸੀਂ ਅੱਜ ਦੇ ਹਾਲਾਤ ਦੇ ਵਿੱਚ। ਤੇ ਮੈਂ ਚਲੋ ਕਿਸਾਨੀ ਅੰਦੋਲਨ ਦੇ ਨਾਲ ਅਸੀਂ ਵੈਸੇ ਵੀ ਚਲੋ ਇੱਕ ਸਮਾਜ ਸੇਵੀ ਤੌਰ ਤੇ ਵਿਚਰਦੇ ਆ ਲੋਕਾਂ ਦੇ ਵਿੱਚ। ਤੁਸੀਂ ਅੱਜ ਦੇ ਜੇ ਤੁਸੀਂ ਮਿਡਲ ਵਰਗ ਨਾਲ ਕਿਸੇ ਨਾਲ ਗੱਲ ਕਰਕੇ ਦੇਖੋ, ਮਤਲਬ ਲੋਕ ਭੁੱਖੇ ਸੌਣ ਤੱਕ ਮਜਬੂਰ ਹੋਏ ਪਏ ਨੇ, ਲੋਕਾਂ ਕੋਲੇ ਕੋਈ ਸਾਧਨ ਨਹੀਂ ਹੈ। ਮਹਿੰਗਾਈ ਲਾ ਲਓ ਤੁਸੀਂ ਕਿਸ ਕਗਾਰ ਤੇ ਇਸ ਟਾਈਮ ਪਹੁੰਚੀ ਹੋਈ ਆ। ਮਤਲਬ ਜਿਹੜਾ ਕਹੀਏ ਵੀ ਆਪਾਂ ਇੱਕ ਬੰਦਾ ਕੋਈ ਆਪਣੀ ਮਿਡਲ ਆਪਣੀ ਇੱਕ ਨੌਕਰੀ ਦੇ ਨਾਲ ਆਪਣਾ ਪਰਿਵਾਰ ਪਾਲੂਗਾ, ਨਹੀਂ ਪਾਲ ਸਕਦਾ, ਬਹੁਤ ਮੁਸ਼ਕਲ ਦੇ ਹਾਲਾਤ ਨੇ। ਤੇ ਇਸੇ ਕਰਕੇ ਬਾਈ ਜੀ ਸਾਰੇ ਵਰਗਾਂ ਨੂੰ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਇਹੀ ਕਰਾਂਗੇ, ਵੀਰ ਮੇਰੇ ਉਹ ਹੱਥ ਬੰਨ੍ਹ ਕੇ ਤੁਹਾਨੂੰ ਬੇਨਤੀ ਹੈ ਤੁਸੀਂ ਸੰਘਰਸ਼ ਦਾ ਸਾਥ ਦਿਓ, ਕਿਉਂਕਿ ਇਹ ਇਕੱਲੇ ਜੇ ਕਹੀਏ ਕਿਸਾਨੀ ਅੰਦੋਲਨ, ਹੁਣ ਤਾਂ ਤੁਸੀਂ ਅਵੇਅਰ ਹੋ, ਹੁਣ ਤਾਂ ਤੁਹਾਡੇ ਹਰੇਕ ਤੁਸੀਂ ਨੈੱਟਾਂ ਤੋਂ ਕੱਢੋ, ਤੁਸੀਂ ਕਾਨੂੰਨਾਂ ਬਾਰੇ ਪੜ੍ਹੋ ਸੀ, ਜਿਹੜੀ ਜਮ੍ਹਾਂਬੰਦੀ ਦੀ ਹੈ ਗੱਲ, ਉਹ ਇਸੇ ਮਹਿੰਗਾਈ ਵਧਣ ਦੇ ਕਾਰਨ ਹੀ ਇਹ ਨੇ। ਹੁਣ ਤਾਂ ਸਾਰੇ ਕੁਝ ਜਾਣੂ ਨੇ ਵੀ ਜੇ ਇਹ ਕਾਨੂੰਨਾਂ ਦੇ ਆਪਾਂ ਹੁਣ ਵੀ ਇਹਨੂੰ ਨਾ ਮਿਲਾ ਸਕੇ ਤਾਂ ਆਉਣ ਵਾਲੇ ਸਮੇਂ 'ਚ ਸਾਨੂੰ ਹੋਰ ਵੀ ਇਸ ਤੋਂ ਭਿਆਨਕ ਜਿਹੜੇ ਨਤੀਜੇ ਨੇ ਉਹ ਦੇਖਣ ਨੂੰ ਮਿਲਣਗੇ। ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਅੱਜ ਇੱਕ ਬਿਆਨ ਦਿੱਤਾ ਗਿਆ, ਉਹਨਾਂ ਨੇ ਕਿਹਾ ਕਿ ਜੇਕਰ ਵਿਰੋਧੀ ਧਿਰਾਂ ਕਿਸਾਨੀ ਅੰਦੋਲਨ ਨੂੰ ਲੈ ਕੇ, ਖੇਤੀ ਕਾਨੂੰਨਾਂ ਨੂੰ ਲੈ ਕੇ ਇੰਨੀਆਂ ਚਿੰਤਤ ਨੇ ਤਾਂ ਆ ਕੇ ਚੁੱਪ ਕਰਕੇ ਗੱਲ ਕਿਉਂ ਨਹੀਂ ਕਰਦੀਆਂ? ਬਿਲਕੁਲ ਗੱਲ ਕਰ ਰਹੀਆਂ ਨੇ ਬਾਈ ਜੀ। ਪਹਿਲਾਂ ਵੀ ਜਿਹੜੀ ਗੱਲ ਦਾ 12-14 ਵਾਰ ਸਾਡੀ ਬੈਠਕ ਹੋਈ ਕਿਸਾਨ ਜਥੇਬੰਦੀਆਂ ਦੀ ਜਾਂ ਹੋਰ ਆ, ਬਿਲਕੁਲ ਗੱਲ ਲਈ ਤਾਂ ਤਿਆਰ ਹੀ ਨੇ। ਇਹ ਤਾਂ ਕੋਈ ਨਹੀਂ ਹੈ ਵੈਸੇ ਕਿਸੇ ਚੀਜ਼ ਨੂੰ ਤੋੜ ਮੜੋੜ ਕੇ ਪੇਸ਼ ਕਰਨਾ ਜਾਂ ਕਿਸੇ ਨੂੰ ਆਪਾਂ ਨੀਵੇਂ ਦਿਖਾਉਣ ਲਈ ਕਿਸ ਤਰ੍ਹਾਂ ਦੇ ਬਿਆਨ ਦੇਣੇ, ਇਹ ਬਿਲਕੁਲ ਗਲਤ ਗੱਲ ਹੈ। ਬਿਲਕੁਲ ਹਰੇਕ ਹੁਣ, ਕਿਉਂਕਿ ਅੱਗੇ ਬਾਈ ਜੀ ਇਹ ਹੁੰਦਾ ਸੀ ਵੀ ਉੱਥੋਂ ਬਿਆਨ ਹੋਰ ਦੇ ਤਾਂ ਇੱਥੇ ਆ ਕੇ ਬਿਆਨ ਹੋਰ ਬਣ ਗਿਆ, ਹੁਣ ਉਹ ਤਾਂ ਗੱਲਾਂ ਹੈ ਨਹੀਂ ਗਿਆ। ਹੁਣ ਬਿਲਕੁਲ ਸਾਡਾ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਹਰੇਕ ਬੰਦਾ ਜੋ ਵੀ ਮਤਲਬ ਆਪਣੇ ਮੂੰਹੋਂ ਕੋਈ ਬਿਆਨ ਦਿੰਦਾ ਜਾਂ ਪੋਲੀਟੀਕਲ ਲੋਕਾਂ ਦੀ ਕੋਈ ਕਾਰਗੁਜ਼ਾਰੀ ਹੈ ਉਹ ਬਿਲਕੁਲ ਸਪਸ਼ਟ ਹੈ, ਉਹ ਸਾਰਾ ਕੁਝ ਉਹਨਾਂ ਦਾ ਇੱਕ ਪ੍ਰੋਪਰ ਏਜੰਡੇ ਦੇ ਤੌਰ ਤੇ ਅਸੀਂ ਰੋਜ਼ ਦੇਖਦੇ ਹਾਂ ਵੀ ਕਿਹੜੇ ਨੇ ਕੀ ਕਾਰਗੁਜ਼ਾਰੀ ਕੀਤੀ ਹੈ। ਹੁਣ ਇਹ ਗੱਲ ਨਹੀਂ ਆ ਪੋਲੀਟੀਕਲ ਅੱਗੇ ਹੁੰਦੀਆਂ ਸੀ ਗੱਲਾਂ ਵੀ ਉਹਨਾਂ ਨੇ ਕੁਝ ਕਰਨਾ ਨਹੀਂ ਹੈ, ਇੱਥੇ ਆ ਕੇ ਕਹਤਾ ਜੀ ਸਾਰਾ ਕੁਝ ਹੋ ਗਿਆ। ਹੁਣ ਪ੍ਰੋਪਰ ਰਿਕਾਰਡ ਤੇ ਚੜ੍ਹਦਾ ਵਾ ਤੇ ਇਹਨਾਂ ਨੂੰ ਪੋਲੀਟੀਕਲ ਜਿਹੜੀਆਂ ਪਾਰਟੀਆਂ ਨੇ ਵਿਰੋਧੀ ਧਿਰ, ਹੁਣ ਉਹ ਮੈਨੂੰ ਜਿੱਥੇ ਤੱਕ ਮੈਨੂੰ ਆ ਵੀ ਉਹ ਤੋਨੋਂ ਮਨੋਂ ਲੱਗੀਆਂ ਹੋਈਆਂ ਨੇ। ਸਾਨੂੰ ਉੱਥੇ ਵੀ ਕਿਤੇ ਨਾ ਕਿਤੇ ਸਰਕਾਰ ਉਹਨਾਂ ਦਾ ਕਰਨਾ ਚਾਹੀਦਾ, ਕਿਉਂਕਿ ਉਹ ਸਾਡੇ ਲਈ ਆਵਾਜ਼ ਉਠਾ ਰਹੀਆਂ ਨੇ, ਚਾਹੇ ਕਿਸੇ ਵੀ ਪਾਰਟੀ ਦਾ। ਮੈਂ ਨਹੀਂ ਕਹਿੰਦਾ ਹੈ ਮੈਂ ਵੀ ਕਿਸੇ ਨੂੰ ਵੋਟ ਪਾਈ ਹੋ, ਮੈਂ ਵੀ ਕਿਸੇ ਪਾਰਟੀ ਨੂੰ ਕਿਸੇ ਨਾਲ ਸੰਬੰਧ ਹੋਊਗਾ, ਤੇ ਪਰ ਮਸਲਾ ਇਹ ਹੈ ਵੀ ਅੱਜ ਉਹ ਪਾਰਟੀਆਂ ਜੇ ਉਹ ਕੁਛ ਸਾਡੀ ਆਵਾਜ਼ ਚੱਕ ਰਹੀਆਂ ਨਾ ਤਾਂ ਸਾਨੂੰ ਸਰਕਾਰ ਕਰਨਾ ਬਣਦਾ ਹੈ, ਕਿਉਂਕਿ ਉਹਨਾਂ ਕੋਲ ਇੱਕ ਪਾਵਰ ਹੈ, ਉਹ ਗੱਲ ਆਪਣੀ ਪਹੁੰਚਾ ਸਕਦੇ ਨੇ, ਉਹਨਾਂ ਦੀ ਗੱਲ ਅੱਜ ਪਹੁੰਚ ਰਹੀ ਆ, ਗੱਲ ਉਹ ਦੱਸ ਰਹੇ ਨੇ। ਇਸ ਕਰਕੇ ਇਹੀ ਕਹਿਣਾ ਚਾਹਾਂਗੇ ਬਈ ਉਹਨਾਂ ਦਾ ਜੋ ਉਹਨਾਂ ਦਾ ਮਤਲਬ ਪਲਾਨ, ਅੱਜ ਉਹ ਆਪਣੀ ਡਿਊਟੀ ਚਾਹੇ ਡਰ ਲਾ ਲਓ ਕਿਸਾਨਾਂ ਦਾ ਜਾਂ ਕੁਛ ਲਾ ਲਓ, ਆਪਣੀ ਡਿਊਟੀ ਵਧੀਆ ਤਰੀਕੇ ਨਾਲ ਕਰ ਰਹੇ ਨੇ। ਇੱਕ ਆਖਰੀ ਕੁਐਸਚਨ ਮੇਰਾ ਇਹੀ ਹੈ ਕਿ ਜਿਸ ਤਰੀਕੇ ਨਾਲ ਆਪਾਂ 26 ਜਨਵਰੀ ਨੂੰ ਦੇਖਿਆ ਟਰੈਕਟਰ ਪਰੇਡ ਦੇ ਦੌਰਾਨ ਹਿੰਸਾ ਵਾਪਰੀ, ਤੇ ਹੁਣ ਇੱਕ ਰਾਕੇਸ਼ ਟਿਕੈਤ ਦਾ ਬਿਆਨ ਆਇਆ ਕਿ 15 ਅਗਸਤ ਵਾਲੇ ਦਿਨ ਵੀ ਜੋ ਹੈ ਉਹ ਟਰੈਕਟਰ ਮਾਰਚ ਕਰਨਾ ਚਾਹੀਦਾ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦਾ ਇਸ ਦੇ ਉੱਪਰ ਕੋਈ ਪ੍ਰਤੀਕਰਮ ਜੋ ਹੈ ਉਹ ਸਾਹਮਣੇ ਨਹੀਂ ਆਇਆ। ਤੁਹਾਨੂੰ ਕੀ ਲੱਗਦਾ ਰਾਕੇਸ਼ ਟਿਕੈਤ ਅਕਸਰ ਆਪਣੀ ਬੇਬਾਕੀ ਨਾਲ ਅਜਿਹੇ ਬਿਆਨ ਦੇ ਦਿੰਦੇ ਨੇ ਕਿ ਜੋ ਲੋਕਾਂ ਦੇ ਲਈ ਵੀ ਕਾਫੀ ਹਾਨੀ ਹੁੰਦੀ ਹੈ? ਨਹੀਂ ਬਾਈ ਜੀ, ਬਿਲਕੁਲ ਮੈਂ ਤਾਂ ਹੀ ਕਈ ਵਾਰ ਕੋਈ ਨਾ ਮਤਲਬ ਇੱਕ ਨਹੀਂ ਹੁੰਦਾ ਉਹਨਾਂ ਦਾ ਇਸ ਤਰੀਕੇ ਦਾ ਕਹਿਣ ਦਾ, ਕਿਉਂਕਿ ਪਰ ਮੀਡੀਆ ਹੁੰਦਾ ਵੀ ਉਹ ਕੁਐਸਚਨ ਮੂੰਹ ਦੇ ਵਿੱਚੋਂ ਕਢਵਾ ਲਿਆ ਜਾਂਦਾ ਹੈ ਨਾ। ਮਤਲਬ ਕੋਈ ਇਹੋ ਜਿਹਾ ਪਲਾਨ ਨਹੀਂ ਹੈ, ਉਹ ਸਾਡੀਆਂ ਜਥੇਬੰਦੀਆਂ ਨੇ। ਹੁਣ ਜਿਹੜਾ ਵੀ ਫੈਸਲਾ ਹੋਊਗਾ ਕੋਈ ਕਾਹਲੀ ਵਾਲਾ ਫੈਸਲਾ ਨਹੀਂ ਹੋਊਗਾ, ਕੋਈ ਜਿਵੇਂ ਕਦੇ ਪਹਿਲਾਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਨਹੀਂ ਹੋ। ਇਹ ਇੱਕ ਪ੍ਰੋਟੈਸਟ ਕਰ ਰਹੇ ਆ, ਬਿਲਕੁਲ ਸ਼ਾਂਤਮਈ ਪ੍ਰੋਟੈਸਟ ਸਾਡੀਆਂ। ਅਸੀਂ ਦੇਖਿਆ ਹੋਣਾ, ਤੁਸੀਂ ਹੁਣ ਪਰਸੋਂ ਵੀ ਸਾਡੀਆਂ ਮਾਮਾ ਭੈਣਾਂ ਗਈਆਂ ਨੇ ਉੱਥੇ, ਕੋਈ ਹਿੰਸਾ ਵਾਲੀ ਜਾਂ ਕੋਈ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਜਾਂ ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਹੈ। ਬਿਲਕੁਲ ਬਹੁਤ ਹੀ ਸ਼ਾਂਤ, ਬੜੇ ਹੀ ਸੁਲਝੇ ਤਰੀਕੇ ਨਾਲ ਜਿਹੜਾ ਸੰਘਰਸ਼ ਹੈ ਬਹੁਤ ਸੋਹਣਾ ਚੱਲ ਰਿਹਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਹੈ ਜਿਹੜਾ ਬਹੁਤ ਸੋਹਣੇ ਤਰੀਕੇ ਤੇ ਆਪਣੇ ਸਹੀ ਰਾਹ ਫੜ ਰਿਹਾ ਜੀ। ਸੋ ਇਹ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਕਿਸਾਨ ਆਗੂ ਸੁਖਦੀਪ ਸਿੰਘ ਨੇ ਜੋ ਆਪਣੇ ਵਿਚਾਰ ਰੱਖੇ ਇਸ ਕਿਸਾਨੀ ਅੰਦੋਲਨ ਤੇ। ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਜੋ ਅੰਦੋਲਨ ਹੈ ਉਹ ਬਿਲਕੁਲ ਹੀ ਸ਼ਾਂਤਮਈ ਚੱਲ ਰਿਹਾ ਹੈ, ਤੇ ਅੰਤ ਦੇ ਵਿੱਚ ਉਹਨਾਂ ਦਾ ਕਹਿਣਾ ਇਹੀ ਹੈ ਕਿ ਜਦ ਤੱਕ ਇਹ ਤਿੰਨੇ ਕਾਲੇ ਕਾਨੂੰਨ ਜੋ ਨੇ ਉਹ ਰੱਦ ਨਹੀਂ ਹੁੰਦੇ ਉਦੋਂ ਤੱਕ ਜੋ ਕਿਸਾਨ ਨੇ ਉਹ ਦਿੱਲੀ ਦੀਆਂ ਬਰੂਹਾਂ ਤੇ ਡਟੇ ਰਹਿਣਗੇ, ਅਤੇ ਉਹਨਾਂ ਦੇ ਵੱਲੋਂ ਵੱਖ-ਵੱਖ ਰਣਨੀਤੀਆਂ ਜੋ ਨੇ ਉਹ ਉਲੀਕੀਆਂ ਜਾਣਗੀਆਂ। ਬਣੇ ਰਹੋ ਨਿਰਪੱਖ ਪੋਸਟ ਦੇ ਨਾਲ, ਖਬਰ ਦੀ ਨਿਰਪੱਖ ਆਵਾਜ਼।
ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।